ਸਤਿ ਸ਼੍ਰੀ ਅਕਾਲ ਜੀ, मैं संदेश औलख शर्मा जगबानी टीवी ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਹਮ ਖਬਰਾਂ ਦਾ। ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦਸੰਬਰ ਮਹੀਨੇ ਵਿੱਚ ਹੋਣੀਆਂ ਨੇ ਤੇ ਇਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਕਮਰ ਕੱਸੇ ਕਰ ਰਹੀਆਂ ਨੇ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਾਈਵਾਲ ਪਾਰਟੀ ਬਸਪਾ ਦੇ ਨਾਲ ਇੱਥੇ ਮਿਲ ਕੇ 20 ਤੋਂ ਜ਼ਿਆਦਾ ਸੀਟਾਂ ਤੇ ਲੜਨ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਦੀਪ ਸਿੰਘ ਨੇ ਇਹ ਐਲਾਨ ਕੀਤਾ ਹੈ ਕਿ ਬਸਪਾ ਤੇ ਅਕਾਲੀ ਦਲ ਦਾ ਗਠਬੰਧਨ 20 ਤੋਂ ਜ਼ਿਆਦਾ ਸੀਟਾਂ ਤੇ ਚੋਣ ਲੜੇਗਾ ਤੇ ਨਾਲ ਹੀ ਉਹਨਾਂ ਵਾਰਡਬੰਦੀ ਨੂੰ ਲੈ ਕੇ ਭਾਜਪਾ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਦੇ ਖਿਲਾਫ ਉਹ ਹਾਈ ਕੋਰਟ ਦਾ ਦਰਵਾਜ਼ਾ ਵੀ ਖਟਖਟਾ ਰਹੇ ਨੇ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹ ਚੋਣਾਂ ਨੂੰ ਲੈ ਕੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਛੇਤੀ ਹੀ ਕਰਨਗੇ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਇਕੱਠੇ ਅਸੀਂ 35 ਦੀਆਂ 35 ਸੀਟਾਂ ਤੇ ਚੰਡੀਗੜ੍ਹ ਚੋਣ ਲੜਨ ਜਾ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ 19 ਸੀਟਾਂ ਤੇ ਆਪਣਾ ਸ਼੍ਰੋਮਣੀ ਅਕਾਲੀ ਦਲ ਤੇ 16 ਸੀਟਾਂ ਤੇ ਬਹੁਜਨ ਸਮਾਜ ਪਾਰਟੀ ਲੜਨ ਜਾ ਰਹੀ ਹੈ। एमसी इलेक्शन हो रही हैं, काफ़ी वायदे भी हो रहे हैं, इस बार मुकाबला भी काफ़ी करना है। कब तक थोड़े कैंडिडेट अनाउंस होंगे? मैं ਤੁਹਾਨੂੰ ਵਿਸ਼ਵਾਸ ਦਵਾਨਾ ਵੀ ਸਭ ਤੋਂ ਪਹਿਲੀ ਜਿਹੜੀ ਅਸੀਂ ਸੂਚੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਜਾਰੀ ਕਰੇਗਾ ਜੀ। ਕਿਹਦੇ ਨਾਲ ਮੁੱਖ ਮੁਕਾਬਲਾ ਮੰਨਦੇ ਹੋ? ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਜੀ। ਅਸੀਂ ਆਪਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਅਸੀਂ ਵਿਕਾਸ ਦਾ ਤੁਸੀਂ ਮੇਰੇ ਵਾਰਡ ਦਾ ਤੁਸੀਂ ਦੇਖਿਆ ਹੀ ਹੋਵੇਗਾ ਕਿ ਜਿਹੜਾ ਅਸੀਂ ਵਿਕਾਸ ਦੇ ਮੁੱਦੇ ਤੇ ਲੜਾਂਗੇ। ਜਿਹੜਾ ਇਹਨਾਂ ਨੇ ਸ਼ਹਿਰ ਦਾ ਸਰਵਨਾਸ਼ ਕੀਤਾ ਹੈ, ਡੰਪਿੰਗ ਗਰਾਊਂਡ ਹੋਵੇ ਚਾਹੇ ਜਿਹੜੇ ਪਾਣੀ ਦੇ ਬਿੱਲ ਹੁਣ ਆਰਜੀ ਤੌਰ ਤੇ ਰੋਕ ਲਾਈ ਹੈ, ਇਹਨਾਂ ਤੇ ਮੁਕੰਮਲ ਰੋਕ ਨਹੀਂ ਲਾਈ, ਅਸੀਂ ਉਹਨਾਂ ਤੇ ਲੜਾਂਗੇ। ਜਿਹੜਾ ਕੂੜੇ ਤੇ ਇਹਨਾਂ ਨੇ ਉਹ ਲਾਇਆ ਹੈ, ਜਿਹੜੇ ਨਵੇਂ ਤੋਂ ਨਵੇਂ ਟੈਕਸ ਲਾ ਰਹੇ ਹੈ, ਅਸੀਂ ਇਹਨਾਂ ਦੇ ਬਾਰੇ ਲੜਾਂਗੇ। ਪਿੰਡਾਂ ਦੇ ਨਕਸ਼ਿਆਂ ਦੇ ਬਾਰੇ ਲੜਾਂਗੇ। ਬੜੇ ਕੰਮ ਨੇ ਜਿਹੜੇ ਪਿੰਡਾਂ ਕਲੋਨੀਆਂ ਦੇ ਹੋਣ ਵਾਲੇ ਆ ਜਿਹੜੇ ਕਿ ਇਹਨਾਂ ਨੇ ਪਾਵਰ ਵਿੱਚ ਹੋਣ ਦੇ ਬਾਵਜੂਦ ਵੀ ਆਪਣੀ ਆਵਾਜ਼ ਨਹੀਂ ਰੱਖੀ। ਉੱਥੇ ਕਿੰਨੀ ਸੀਟਾਂ ਪੈਟਰੋਲ ਤੇ ਡੀਜ਼ਲ ਦਾ ਜਿਹੜਾ ਕਿੰਨੀ ਸੀਟਾਂ ਆਉਣ ਦੀ ਉਮੀਦ ਹੈ? ਅਸੀਂ 20+ ਸੀਟਾਂ ਲਵਾਂਗੇ ਜੀ। ਉਧਰ ਬਸਪਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਦੇ ਮੁਤਾਬਿਕ ਜਿਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਹਾਈ ਕਮਾਨ ਨੇ ਪੰਜਾਬ ਦੇ ਵਿੱਚ ਗਠਬੰਧਨ ਬਣਾ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਤਾਂ ਉਸ ਨੂੰ ਅੱਗੇ ਵਧਾਉਂਦੇ ਹੋਏ ਚੰਡੀਗੜ੍ਹ ਦੇ ਵਿੱਚ ਵੀ ਨਗਰ ਨਿਗਮ ਦੀਆਂ ਚੋਣਾਂ ਗਠਬੰਧਨ ਬਣਾ ਕੇ ਹੀ ਲੜੀਆਂ ਜਾਣਗੀਆਂ ਤੇ ਸਾਰੇ 35 ਵਾਰਡਾਂ ਤੋਂ ਚੋਣਾਂ ਲੜੀਆਂ ਜਾਣਗੀਆਂ। ਬਹੁਜਨ ਸਮਾਜ ਪਾਰਟੀ 16 ਸੀਟਾਂ ਦੇ ਉੱਤੇ ਲੜ ਰਹੀ ਹੈ ਜਿਹਦੇ ਵਿੱਚ ਕਾਫੀ ਕੜਾ ਮੁਕਾਬਲਾ ਹੋਣ ਦੀ ਉਮੀਦ ਹੈ ਕਿਉਂਕਿ ਉਹ ਇਹ ਅਜਿਹੇ ਵਾਰਡ ਨੇ ਜਿਨ੍ਹਾਂ ਦੇ ਵਿੱਚ ਬਹੁਜਨ ਸਮਾਜ ਦਾ ਬਹੁਤ ਹੀ ਜਨਸੰਖਿਆ ਰਹਿੰਦੀ ਹੈ ਔਰ ਉਹਨਾਂ ਵਾਰਡਾਂ ਨੂੰ ਅੱਜ ਤੱਕ ਜਿਹੜੀ ਸੱਤਾਧਾਰੀ ਸਰਕਾਰਾਂ ਰਹੀਆਂ ਨੇ, ਕਾਂਗਰਸ ਵੀ ਆਈ ਹੈ, ਬੀਜੇਪੀ ਵੀ ਆਈ ਹੈ, ਉਹਨਾਂ ਨੇ ਕੁਝ ਇਹੋ ਜਿਹੇ ਲੁਭਾਵਣੇ ਜਿਹੜੇ ਮਨਸੂਬੇ ਦਿਖਾ ਕੇ ਉਹਨਾਂ ਨੂੰ ਮਤਲਬ ਉਹਨਾਂ ਦੀ ਵੋਟਾਂ ਬਟੋਰ ਕੇ ਉਹਨਾਂ ਤੋਂ ਉੱਥੇ ਆਪਣੇ ਕੈਂਡੀਡੇਟ ਜਿਤਾਏ, ਲੇਕਿਨ ਉਹਨਾਂ ਕਲੋਨੀਆਂ ਵਾਸਤੇ ਉਹਨਾਂ ਵਾਰਡਾਂ ਵਾਸਤੇ ਕੋਈ ਇਹੋ ਜਿਹੀ ਸਹੂਲਤਾਂ ਵਾਲਾ ਜਾਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਹੈਗਾ। ਇਹ ਜਿਹੜੇ ਅਧੂਰੇ ਕੰਮ ਛੱਡ ਗਈਆਂ ਸਰਕਾਰਾਂ ਉਹਨਾਂ ਨੂੰ ਇਹ ਬਹੁਜਨ ਸਮਾਜ ਪਾर्टी ਤੇ अकाली दल अवश्य पूरा करेगा। पिछली सरकारों को लुभावने जो मंसूबे होते थे ना कि 2 दिन पहले कुछ ऐसी सहूलतें दे देनी, उनको स्पेशल ट्रीटमेंट दे देनी या वहाँ पे घर घर जाके कुछ न कुछ अनुदान दे देना, ऐसे जो सिस्टम वो चलता था उसलिए ये वोटें बढ़ गई। लेकिन अब हर एक वोटर समझदार हो चुका है, वो ऐसे जो उसमें चक्करों में नहीं पड़ेगा और वो सीधे तौर पर उन्होंने हमें हमारे साथ सीधा संपर्क किया हुआ है। अब सभी वार्डों में हम अपने बहुजन समाज पार्टी के साथ संपर्क में हैं। इलेक्शन होगा और यहाँ के रिजल्ट होंगे, यहाँ जो हमारी सरकारें बनेगी, एमसी बनेंगे, वो बहुत बड़ा रोल अदा करेंगी। इस मौके इन आगुआं ने कहा कि चोण प्रचार दौरान स्टार प्रचारक दे आउण दी भी पूरी संभावना है ते मैनीफेस्टो भी शहर दे वोटरां दे मुताबिक होवेगा। जो अपनियां समस्यावां ते परेशानियां दसणगे उन्हां नूं मैनीफेस्टो विच शामिल कीता जावेगा ते निगम विच आउण ते उन्हां दे गठबंधन वल्लों उन्हां सारीयां समस्यावां नूं ते परेशानियां नूं पहल दे आधार ते हल कीता जावेगा। जगबाणी टीवी लई चंडीगढ़ तों भगवत सिंह दी रिपोर्ट। ਕੀ ਤੁਸੀਂ ਕਦੇ ਕੋਈ ਮੁਨਸ਼ੀ ਤੋਂ ਪ੍ਰਮੋਟ ਹੋ ਕੇ ASI ਬਣਦਾ ਵੇਖਿਆ ਹੈ?
ਜੀ ਹਾਂ, ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਡੀਜੀਪੀ ਵੱਲੋਂ ਹੈੱਡ ਕਾਂਸਟੇਬਲ ਤੋਂ ਜੋ ਏਐਸਆਈ ਪ੍ਰਮੋਟ ਕੀਤੇ ਗਏ ਨੇ, ਉਹਨਾਂ ਵਿੱਚੋਂ ਜ਼ਿਆਦਾਤਰ ਪੁਲਿਸ ਵਾਲੇ ਪੁਲਿਸ ਸਟੇਸ਼ਨਾਂ ਅਤੇ ਪੁਲਿਸ ਚੌਂਕੀਆਂ ਦੇ ਵਿੱਚ ਮੁਨਸ਼ੀ ਦੇ ਅਹੁਦੇ ਤੇ ਤਾਇਨਾਤ ਸੀ ਤੇ ਆਲਮ ਇਹ ਹੈ ਕਿ ਇਹ ਪ੍ਰਮੋਟ ਹੋਣ ਤੋਂ ਬਾਅਦ ਅਜੇ ਵੀ ਪੁਰਾਣੇ ਯਾਨੀ ਕਿ ਮੁਨਸ਼ੀ ਦੇ ਅਹੁਦੇ ਤੇ ਹੀ ਤਾਇਨਾਤ ਨੇ ਤੇ ਕੰਮ ਮੁਨਸ਼ੀ ਵਾਲਾ ਕਰ ਰਹੇ ਨੇ, ਜਦਕਿ ਮੁਨਸ਼ੀ ਦੇ ਅਹੁਦੇ ਉੱਤੇ ਅੱਜ ਤੱਕ ਹੈੱਡ ਕਾਂਸਟੇਬਲ ਦੀ ਤਾਇਨਾਤੀ ਹੁੰਦੀ ਰਹੀ ਹੈ ਤੇ ਇਸ ਤੋਂ ਇਲਾਵਾ ਕਈ ਹੈੱਡ ਕਾਂਸਟੇਬਲ ਜੋ ਮੁਨਸ਼ੀ ਦੇ ਅਹੁਦੇ ਤੇ ਜਾਣ ਲਈ ਇੰਤਜ਼ਾਰ ਕਰ ਰਹੇ ਨੇ, ਉਹ ਆਪਣੀ ਗੱਲ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾਉਣ ਤੋਂ ਘਬਰਾਉਂਦੇ ਨੇ ਤੇ ਇਸ ਤੋਂ ਬਿਨਾਂ ਜੇ ਗੱਲ ਕੀਤੀ ਜਾਵੇ ਕਈ ਅਜਿਹੇ ਪੁਲਿਸ ਕਰਮਚਾਰੀ ਤੇ ਉਹਨਾਂ ਤੋਂ ਵੀ ਉੱਪਰ ਦੇ ਅਧਿਕਾਰੀ ਸ਼ਾਮਲ ਨੇ ਜੋ ਕਾਫੀ ਸਮੇਂ ਤੋਂ ਇੱਕ ਹੀ ਥਾਣੇ ਵਿੱਚ ਤਾਇਨਾਤ ਨੇ। ਹਾਲਾਂਕਿ ਉਹਨਾਂ ਦੀ ਬਦਲੀ ਕਿਸੇ ਥਾਣੇ ਵਿੱਚ ਕੁਝ ਦਿਨਾਂ ਲਈ ਕਰ ਦਿੱਤੀ ਜਾਂਦੀ ਹੈ, ਲੇਕਿਨ ਬਾਅਦ ਵਿੱਚ ਫਿਰ ਉਹ ਆਪਣੇ ਪੁਰਾਣੇ ਥਾਣੇ ਵਿੱਚ ਆ ਜਾਂਦੇ ਨੇ। हेड कांस्टेबल की तैनाती की जाती है, उन जगहों पे हेड कांस्टेबल ही मुंशी होते हैं। उसके बारे में कोई ऐसी विडंबना वाली बात नहीं है, वो सीनियर ऑफिसर्स के नोटिस में है और उसको उसके ऊपर वो कार्रवाई कर रहे हैं, तो आने वाले समय में उस पर उचित कार्रवाई होगी। जो सीनियर ऑफिसर्स डिसाइड करेंगे वही होगा और सीनियर ऑफिसर्स के नोटिस में है वो बात। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਥਾਣੇ ਦੇ ਵਿੱਚ ਥਾਣਾ ਮੁਖੀ ਅਤੇ ਚੌਂਕੀ ਇੰਚਾਰਜ ਤੋਂ ਬਾਅਦ ਜੇ ਕਿਸੇ ਦਾ ਰੋਬ ਹੁੰਦਾ ਹੈ, ਉਹ ਹੁੰਦਾ ਹੈ ਚੌਂਕੀ ਦੇ ਮੁਨਸ਼ੀ ਦਾ ਤੇ ਇਸ ਅਹੁਦੇ ਤੇ ਆਉਣ ਲਈ ਪੁਲਿਸ ਕਰਮਚਾਰੀਆਂ ਵੱਲੋਂ ਖੂਬ ਮਿਹਨਤ ਅਤੇ ਕਾਗਜ਼ੀ ਕਾਰਵਾਈ ਦਾ ਗਿਆਨ ਹਾਸਲ ਕੀਤਾ ਹੁੰਦਾ ਹੈ ਤੇ ਅਜਿਹੇ ਵਿੱਚ ਏਐਸਆਈ ਪ੍ਰਮੋਟ ਕੀਤੇ ਗਏ ਹੈੱਡ ਕਾਂਸਟੇਬਲ ਨੂੰ ਜਲਦੀ ਹੀ ਫੇਰਬਦਲ ਕਰਨ ਦਾ ਨਿਰਣਾ ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ ਕੀਤੇ ਜਾਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਪੰਜਾਬ ਯੂਨੀਵਰਸਿਟੀ ਦੇ ਕਰਮਚਾਰੀਆਂ ਦੇ ਧਰਨੇ ਦਾ ਬੁੱਧਵਾਰ ਨੂੰ 16ਵਾਂ ਦਿਨ ਸੀ ਤੇ ਉਹਨਾਂ ਨੇ ਠੇਕਾ ਪ੍ਰਣਾਲੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਗਰੁੱਪ ਡੀ ਕਰਮਚਾਰੀਆਂ ਨੇ ਤਨਖਾਹ ਜਾਰੀ ਕਰਨ ਦੇ ਵਿੱਚ ਦੇਰੀ ਸਮੇਤ ਹੋਰ ਮੰਗਾਂ ਤੇ ਅਤੇ 16 ਦਿਨਾਂ ਤੱਕ ਪੀਯੂ ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਰਵੱਈਏ ਤੋਂ ਬਾਅਦ ਉਹਨਾਂ ਨੇ ਵਿਰੋਧ ਕਰਨ ਦਾ ਫੈਸਲਾ ਕੀਤਾ ਤਾਂ ਕਿ ਪੀਯੂ ਅਧਿਕਾਰੀਆਂ ਅਤੇ ਠੇਕੇਦਾਰਾਂ ਉੱਤੇ ਵਧੇਰੇ ਦਬਾਅ ਪਾਇਆ ਜਾ ਸਕੇ। ਇਸ ਮੌਕੇ ਆਗੂਆਂ ਨੇ ਸਰਬਸੰਮਤੀ ਨਾਲ ਠੇਕਾ ਪ੍ਰਣਾਲੀ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਇੱਕ ਜਨਤਕ ਯੂਨੀਵਰਸਿਟੀ ਹੈ ਅਤੇ ਯੂਨੀਵਰਸਿਟੀ ਨੂੰ ਨਿਯਮਤ ਆਧਾਰ ਤੇ ਸਾਰੇ ਗ੍ਰੇਡ ਦੇ ਕਰਮਚਾਰੀਆਂ ਦੀ ਭਰਤੀ ਕਰਨੀ ਚਾਹੀਦੀ ਹੈ। मेरा नाम प्रमोद है जी और हमारे प्रदर्शन को आज 16वां दिन है और अभी तक हमारी कोई भी सुनवाई नहीं हुई है। यहाँ पे हमारी मुख्य मांगे अभी बताई गई हैं आपको कि सबसे पहले तो हमें डीसी रेट मिलना चाहिए और कैजुअल लीव, गस्टेड लीव और समय पर हमें सैलरी मिलनी चाहिए और एक हमारा साथी निकाला गया है सैलरी मांगने के दौरान, तो उसको बहाल किया जाए। तो यही हमारी मेन मुख्य मांगे हैं। ये प्रदर्शन कब तक चलेगा आपका? ये जब तक हमारी मांगे पूरी नहीं होती। प्रदर्शन के बारे में इनकी 3-4 महीने की सैलरी नहीं आई हुई है, ना इनका एसआई कार्ड बना हुआ, ना पीएफ जमा होता। ठेकेदारी पूरी लुट बाजारी मचा रखी है। इस समय फेस्टिवल का सीजन है, सारे त्यौहार निकल गए, दशहरा निकल गया, करवा चौथ निकल गया, सब कुछ निकल गया। हुण दिवाली सिर ते खड़ी है। बेचारों को इन जितने गरीब मुलाजिम हैं इनको रोटी खाने के लाले पड़े हैं। ये फेस्टिवल दिवाली कैसे मनाएंगे? अगर जब तक इनका हक नहीं मिलता तब तक यहीं पे प्रोटेस्ट करेंगे और अगर दिवाली के पहले सैलरी नहीं आती तो वाइस चांसलर का पुतला फूकेंगे उनके घर के सामने। सबसे पहले तो इनकी सैलरी आ जाए, जो जितने बंदों की सब सैलरी आ जाए। उसके बाद इनके एसआई कार्ड पर की सुविधा उपलब्ध हो, इनके पीएफ जो नहीं जमा होते वो पीएफ जमा हो और जो निकाला गया कर्मचारी उसको बहाल किया जाए।
ਅੱਜ ਵਾਈਸ ਚਾਂਸਲਰ ਦਫ਼ਤਰ ਪਹੁੰਚਣ ਤੋਂ ਬਾਅਦ ਵੀਸੀ ਨੇ ਕਰਮਚਾਰੀਆਂ ਦੇ ਆਗੂਆਂ ਦੇ ਨਾਲ ਇੱਕ ਬੈਠਕ ਬੁਲਾਈ ਅਤੇ ਯੂਟੀ ਕਰਮਚਾਰੀ ਮਹਾਸੰਘ ਦੇ ਪ੍ਰਧਾਨ ਰਣਜੀਤ ਮਿਸ਼ਰਾ, ਮਹਾਸਕੱਤਰ ਸੁਖਬੀਰ ਅਤੇ ਵਿਦਿਆਰਥੀ ਜਥੇਬੰਦੀ ਐਸਐਫਐਸ ਦੇ ਆਗੂ ਵੀ ਬੈਠਕ ਦੇ ਲਈ ਗਏ ਅਤੇ ਬੈਠਕ ਦੇ ਵਿੱਚ ਇਹ ਭਰੋਸਾ ਦਿੱਤਾ ਗਿਆ ਕਿ ਅਧਿਕਾਰੀਆਂ ਨੇ ਪੀਯੂ ਕਰਮਚਾਰੀਆਂ ਦੇ ਤਨਖਾਹ ਦੀ ਤਤਕਾਲ ਰਿਹਾਈ ਲਈ ਮਨਜ਼ੂਰੀ ਦੇ ਦਿੱਤੀ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਚੰਡੀਗੜ੍ਹ ਦੇ ਨਿਵਾਸੀਆਂ ਦੇ ਲਈ ਫੈਸਟੀਵਲ ਸੀਜ਼ਨ ਹੋਰ ਵੀ ਜ਼ਿਆਦਾ ਰੋਮਾਂਚਕ ਹੋਣ ਜਾ ਰਿਹਾ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਹਾਰਸ ਸ਼ੋਅ 29 ਅਕਤੂਬਰ ਤੋਂ 31 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ ਤੇ ਨਿਊ ਚੰਡੀਗੜ੍ਹ ਦੇ ਵਿੱਚ ਬਣੇ ਦਾ ਕਲੱਬ ਰੇਂਜ ਵੱਲੋਂ ਇਹ ਸ਼ੋਅ ਕਰਵਾਇਆ ਜਾਵੇਗਾ ਜਿੱਥੇ ਕਿ 100 ਤੋਂ ਜ਼ਿਆਦਾ ਘੋੜਿਆਂ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਤੀਯੋਗੀ ਇਸ ਮੁਕਾਬਲੇ ਵਿੱਚ ਭਾਗ ਲੈਣਗੇ। ਬੁੱਧਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਚੰਡੀਗੜ੍ਹ ਹਾਰਸ ਸ਼ੋਅ ਦੀ ਜਾਣਕਾਰੀ ਦਿੰਦੇ ਹੋਇਆਂ ਚੰਡੀਗੜ੍ਹ ਹਾਰਸ ਸ਼ੋਅ ਦੇ ਐਗਜ਼ੀਕਿਊਟਿਵ ਲੀਡਰ ਦਿਲਪ੍ਰੀਤ ਸਿੱਧੂ ਨੇ ਦੱਸਿਆ ਕਿ ਸ਼ੋਅ ਦਾ ਉਦਘਾਟਨ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਾਹਲ ਵੱਲੋਂ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਸ਼ੋਅ ਦੇ ਆਖਰੀ ਦਿਨ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀਜੀਪੀ ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਵੀ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਰਹਿਣਗੇ। ਉਹਨਾਂ ਦੱਸਿਆ ਕਿ ਇਹ ਸ਼ੋਅ ਜੰਪਿੰਗ ਅਤੇ ਟੈਂਟ पेंगिंग होवेगा। CHS एक हमारा वॉलंटियर्स का ग्रुप है चंडीगढ़ हॉर्स शो के नाम से, और इसके अंदर जो रैंच के ओनर्स हैं, जो वहाँ जो स्पोर्ट्समैन हैं, जो वहाँ की जो टीम है वो और कुछ और लोग हमने साथ लेके चंडीगढ़ हॉर्स शो की एक वॉलंटियर्स की एक टीम बनाई है। और हमारा एम ये है कि हम इस इवेंट के साथ साथ एक सीरीज़ ऑफ इवेंट्स भी लॉन्च करेंगे। और अगर इस इवेंट की बात करें तो इस इवेंट में हम लोग एक नेशनल क्वालिफाइंग चैम्पियनशिप करवा रहे हैं जो कि इक्वेस्ट्रियन फेडरेशन ऑफ इंडिया की गाइडेंस में हो रही है, और जो जजेस हैं पूरे शो के वो भी इक्वेस्ट्रियन फेडरेशन ऑफ इंडिया के पैनल जजेस हैं। 3 दिन का ये शो है और इसके अंदर जो खासियत है, जो नया हम पहली बार करने जा रहे हैं वो ये है कि जिस तरह से वैनिटी फेयर्स होते हैं, मेले का माहौल होता है जहाँ लोग एक पूरा परिवार आ सके, ना सिर्फ स्पोर्ट्समैन बल्कि पूरा शहर उसमें इन्वॉल्व हो सके, और इस वीकेंड पे लोग आके वहाँ पर अपना ना सिर्फ घोड़ों का ये शो देख सकें बट ऑल्सो अपने आप को एंजॉय भी कर सकें। वैरायटी ऑफ फूड ऑप्शंस उनके लिए होंगे वहाँ पर, और कुछ शॉपिंग ऑप्शंस भी होंगे। जो एग्जिबिटर्स हैं वहाँ पर वो अपना प्रोडक्ट डिस्प्ले करेंगे। और हमने इस बार कोशिश ये की है कि हमने चाहे कोई भी स्टेक होल्डर हो, कोई भी आदमी जो इस इवेंट के साथ जुड़े, चाहे वो एक स्पेक्टेटर है या स्पोर्ट्समैन है या जज है या गेस्ट ऑफ ऑनर है या एग्जिबिटर है या वॉलंटियर है, कोई भी है, उसको एक नए नज़रिए से इस उभरते हुए कॉन्सेप्ट को देखने का मौका मिले। और प्रेस कॉन्फ्रेंस हमने जो हमारा 29, 30, 31 को शो होना है चंडीगढ़ हॉर्स शो, उसके लिए रखेंगे। किस तरह का हॉर्स शो होगा? क्या ये चंडीगढ़ में पहली बार करने जा रहे हैं? हमारा जो कॉन्सेप्ट है और जो स्केल है वो पहली बार हो रहा है चंडीगढ़ में। इस साइज़ का हॉर्स शो इस स्केल पे कभी भी नहीं हुआ इस एरिया में, सिर्फ चंडीगढ़ में नहीं। हमारा जैसे जो रेफरेंस पॉइंट है सिर्फ पंजाब में वो मुक्तसर वाला मेला है, पर जो ऑर्गेनाइज्ड स्पोर्ट्स है, शो जंपिंग है, इस लेवल का शो नहीं हुआ चंडीगढ़ में। कहाँ से जो है घुड़सवार आएंगे और कितने घुड़सवार इसमें हिस्सा लेंगे? हमारे जो टीम्स आ रही हैं चंडीगढ़ पुलिस, पंजाब पुलिस, हरियाणा पुलिस, राजस्थान पुलिस, ITBP, वेस्टर्न कमांड से, और प्राइवेट जो टीम्स हैं दिल्ली से आ रही हैं, इन पंजाब से PPS, नाबा, YPS, पटियाला, सारे टीम्स पार्टिसिपेट कर रही हैं। क्या प्राइज़ रखे हैं आपने? किस तरह के प्राइज़? बेसिकली सर, एक तो जो हमारे मेन इवेंट्स हैं, जो कैश प्राइजेज़ हैं, उनमें कैश प्राइज़ हैं। जैसे हमारा जो मेन मार्की इवेंट है ग्रांड प्री द रैंच 6 बार 6 जंप एक लाइन में होते हैं, वो क्लियर करना होता है इंक्रीजिंग हाइट पे, वो 15,000, 10,000 मतलब सेकंड पे और 8,000 थर्ड प्लेस पे उसके कैश प्राइजेज़ हैं। बाकी जो हमारे स्पॉन्सर्ड इवेंट्स हैं, जैसे राइडिंग कंपनीज जो स्पॉन्सर कर रही हैं, उनमें से प्राइजेज़ भी हैं, कूपन्स भी हैं, तो काफ़ी सारे प्राइजेज़ हैं। ਤੁਹਾਨੂੰ ਦੱਸ ਦਈਏ ਕਿ ਇਸ ਸ਼ੋਅ ਨੂੰ ਕਰਵਾਉਣ ਵਾਲਿਆਂ ਦਾ ਇਹ ਕਹਿਣਾ ਹੈ ਕਿ ਸ਼ੋਅ ਦਾ ਮੂਲ ਮਕਸਦ ਸਾਰੇ ਉਮਰ ਵਰਗ ਦੇ ਲੋਕਾਂ ਦੇ ਵਿੱਚ ਘੋੜਸਵਾਰੀ ਦੇ ਖੇਡ ਨੂੰ ਵਧਾਵਾ ਦੇਣਾ ਹੈ ਅਤੇ ਖੇਡ ਦੇ ਰੂਪ ਦੇ ਵਿੱਚ ਘੋੜਸਵਾਰੀ ਪੱਛਮੀ ਦੇਸ਼ਾਂ ਵਿੱਚ ਕਾਫੀ ਜ਼ਿਆਦਾ ਅੱਗੇ ਹੈ, ਲੇਕਿਨ ਅਜੇ ਵੀ ਭਾਰਤ ਵਿੱਚ ਇਸ ਦਾ ਪੱਧਰ ਉੱਚਾ ਚੁੱਕਣ ਦੀ ਲੋੜ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਨਹੀਂ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।